Hello students, you all are most welcome in your on YouTube channel Preparation with RJ. You know today video topic is on the solution of mock tests. Students, sorry for delay. हाँ जी ਹੁਣ ਆਪਾਂ ਵਿਦਆਊਟ ਵੇਸਟਿੰਗ ਟਾਈਮ ਆਨਸਰ ਸਟਾਰਟ ਕਰਦੇ ਹਾਂ ਮੌਕ ਟੈਸਟ ਦੇ। हाँ जी ਇੱਕ ਸਟੂਡੈਂਟ ਰਿਕੁਐਸਟ ਹੈ ਕਿ ਤੁਸੀਂ ਮੌਕ ਟੈਸਟ ਕੀਤਾਗਾ, ਮੈਨੂੰ ਪਤਾਗਾ ਤੇ ਬਹੁਤੇ ਸਟੂਡੈਂਟਸ ਹੋਣਗੇ ਜਿਨ੍ਹਾਂ ਦੇ ਮਾਰਕਸ ਘੱਟ ਆਏ ਹੋਣਗੇ, ਤਾਂ ਉਹ ਪੈਨਿਕ ਨਾ ਹੋਣਾ, ਡੋਂਟ ਬੀ ਵਰੀ ਅਬਾਊਟ ਥੀਸ ਮਾਰਕਸ। ਇਹ ਜਸਟ ਫॉर ਤੁਹਾਡੀ ਪ੍ਰੈਕਟਿਸ ਦੇ ਲਈ ਹੈਗਾ। ਪੇਪਰ ਹੈ ਜਿਹੜਾ ਇਸ ਨਾਲੋਂ ਵੀ ਜ਼ਿਆਦਾ ਮੋਡਰੇਟ ਹੋਵੇਗਾ ਤੇ ਪੇਪਰ ਦੇ ਵਿੱਚ ਥੋੜਾ ਜਿਹਾ ਮਾਈਂਡ ਆਪਣਾ ਚੇਂਜ ਹੋ ਜਾਂਦਾ ਹੈਗਾ ਡਾਇਵਰਟ ਤੋਂ। ਸੋ ਪੇਪਰ ਦੇ ਵਿੱਚ ਮਾਰਕਸ ਬਹੁਤ ਵਧੀਆ ਆਣਗੇ। ਅਗਰ ਘੱਟ ਆਏ ਕੋਈ ਪ੍ਰੋਬਲਮ ਨਹੀਂ, ਤਾਂ ਤੁਸੀਂ ਆਪਣੇ ਜਿੰਨੇ ਵੀ ਮਾਰਕਸ ਆਏ ਨੇਗੇ, ਠੀਕ ਹੈ ਜੀ, ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਮਾਰਕਸ ਆਏ ਨੇ। ਹਾਂਜੀ, ਲੈਟਸ ਸਟਾਰਟ। ਕੁਐਸਚਨ ਫਰਸਟ, ਵਿਚ ਪਲੇ ਡੀਲਸ ਵਿਦ ਹੋਮੋਸੈਕਸ਼ੁਅਲਿਟੀ। ਹਾਂਜੀ, ਮੈਂ ਸਿਰਫ ਜਸਟ ਆਨਸਰ ਦੱਸੂਗੀ, ਤੁਹਾਡਾ ਟਾਈਮ ਵੇਸਟ ਨਹੀਂ ਕਰਦੀ। ਹਾਂਜੀ, ਵਿਚ ਪਲੇ ਡੀਲਸ ਵਿਦ ਹੋਮੋਸੈਕਸ਼ੁਅਲਿਟੀ। ਹਾਂਜੀ, ਇਹ ਕਰਦਾ ਹੈਗਾ ਐਡਵਰਡ ਸੈਕਿੰਡ ਪਲੇ। ਨੈਕਸਟ ਕੁਐਸਚਨ, the lines what a piece of work is man, how novel in thought, how infinite in power, how great in action appears in. The answer is Hamlet. Songs of innocence and songs of experience appeared in two phases, one in 1789 and other in, ਹਾਂਜੀ ਸੈਕਿੰਡ ਪਾਰਟ ਕਦੋਂ ਆਏਗਾ? 1794 ਦੇ ਵਿੱਚ, 1794 ਦੇ ਵਿੱਚ। ਸਟੂਡੈਂਟਸ, ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੇ ਦੇ ਹੈਲਪਫੁਲ ਵੀਡੀਓਜ਼ ਬਹੁਤ ਜ਼ਿਆਦਾ ਨੇ। ਗ੍ਰਾਮਰ ਦੇ ਮੈਂ ਸੁਣਿਆਗਾ, ਲਿੰਗੁਇਸਟਿਕ ਦੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਮੋਸਟ ਆਫ ਸਟੂਡੈਂਟਸ, ਤਾਂ ਮੈਂ ਆਲਰੇਡੀ MCQs ਤੇ ਥਿਓਰੈਟੀਕਲ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ, ਉਹ ਜ਼ਰੂਰ ਦੇਖਿਓ। MCQ ਵੀਡੀਓਜ਼ ਜ਼ਰੂਰ ਦੇਖਿਓ। ਕੱਲ੍ਹ ਦਾ ਤੁਹਾਡਾ ਟਾਈਮ ਹੈ, ਪਰਸੋਂ ਤੁਹਾਡਾ ਪੇਪਰ ਹੈਗਾ, ਤਾਂ ਕੱਲ੍ਹ ਨੂੰ ਤੁਸੀਂ ਆਪਣੀਆਂ ਬੁੱਕਸ ਨੂੰ ਸਾਈਡ 'ਤੇ ਰੱਖ ਕੇ ਜਸਟ ਆਪਣੇ ਮਾਈਂਡ ਨੂੰ ਰਿਲੈਕਸ ਰੱਖਣਾ, ਔਰ ਕੱਲ੍ਹ ਨੂੰ ਤੁਸੀਂ ਆਪਣਾ YouTube ਦੇ ਉੱਤੋਂ ਹੀ ਵੀਡੀਓ ਸੁਣੋ। ਮਾਈਂਡ ਵੀ ਰਿਲੈਕਸ ਰਹੇਗਾ ਔਰ ਤੁਹਾਡਾ ਪ੍ਰੈਕਟਿਸ ਵੀ ਹੋ ਜਾਏਗੀ। ਹਾਂਜੀ, ਨੈਕਸਟ ਕੁਐਸਚਨ, ਹੂ ਰਿਪਰੈਜ਼ੈਂਟ ਜਸਟਿਸ ਇਨ ਦਾ ਫੇਰੀ ਕੁਈਨ। ਹਾਂਜੀ, ਫੇਰੀ ਕੁਈਨ ਦੇ ਵਿੱਚ ਜਸਟਿਸ ਨੂੰ ਕੌਣ ਰਿਪਰੈਜ਼ੈਂਟ ਕਰ ਰਿਹਾ ਹੈਗਾ? ਆਰਟੀਕਲ। ਨੈਕਸਟ ਕੁਐਸਚਨ, ਹੂ ਰੋਟ ਐਨ ਇੰਟਰੋਡਕਸ਼ਨ ਟੂ ਰਵਿੰਦਰਨਾਥ ਟੈਗੋਰ ਗੀਤਾਂਜਲੀ। ਹਾਂਜੀ, ਰਵਿੰਦਰਨਾਥ ਟੈਗੋਰ ਦੀ ਗੀਤਾਂਜਲੀ ਦੀ ਇੰਟਰੋਡਕਸ਼ਨ ਕਿਹਨਾਂ ਨੇ ਲਿਖੀ ਆ? WV ਯੀਟਸ ਦੁਆਰਾ। ਵਿਚ ਪਲੇ ਇਜ਼ ਬੇਸਡ ਔਨ ਕ੍ਰਿਸਟੋਫਰ ਮਾਰਲੋਸ ਦ ਜਿਊ ਆਫ ਮਾਲਟਾ। ਹਾਂਜੀ, ਕਿਹੜਾ ਪਲੇ ਹੈਗਾ? ਇਹ ਹੈਗਾ ਦ ਮਰਚੈਂਟ ਆਫ ਵੈਨਿਸ। ਨੈਕਸਟ ਕੁਐਸਚਨ, ਵਿਚ ਪਲੇ ਇਜ਼ ਸੈਟ ਬੋਥ ਇਨ ਮਾਲਗੁਡੀ ਐਂਡ ਦ ਵਿਲੇਜ ਮੰਗਲ। ਹਾਂਜੀ, ਕਿਹੜਾ ਪਲੇ ਸੈਟ ਹੋਏਗਾ? ਦ ਗਾਈਡ। ਨੈਕਸਟ ਕੁਐਸਚਨ, ਹੂ ਸੈਡ ਸਪੈਂਸਰ ਰਾਈਟ ਨੋ ਲੈਂਗੁਏਜ। ਇਹ ਕਿਸਨੇ ਕਿਹਾ? ਆਂਸਰ ਹੈ ਜੀ ਬੈਨ ਜੌਨਸਨ ਨੇ। ਨਾਈਨਥ ਕੁਐਸਚਨ, ਦ ਟਰਮ ਪੈਥੇਟਿਕ ਫੈਲੇਸੀ ਵਾਸ ਕੋਇਨਡ ਬਾਈ। ਹਾਂਜੀ, ਇਹ ਟਰਮ ਕਿਸ ਦੁਆਰਾ ਕੋਇਨ ਕੀਤੀ ਗਈ ਹੈਗੀ? ਰਸਕਿਨ ਦੁਆਰਾ। ਨੈਕਸਟ ਕੁਐਸਚਨ, ਸਰੋਜਨੀ ਨਾਇਡੂ ਵਾਸ ਸਿਲੈਕਟਡ ਦਾ ਗਵਰਨਰ ਆਫ। ਸਰੋਜਨੀ ਨਾਇਡੂ ਨੂੰ ਕਿੱਥੋਂ ਦਾ ਗਵਰਨਰ ਚੁਣਿਆ ਗਿਆ ਸੀ? ਯੂਨਾਈਟਿਡ ਪ੍ਰੋਵਿੰਸੀ ਦਾ, ਜਿਸ ਨੂੰ UP ਕਹਿੰਦੇ ਆ, ਉੱਤਰ ਪ੍ਰਦੇਸ਼ ਕਹਿੰਦੇ ਆ। ਉਸ ਟਾਈਮ ਉਸਦਾ ਨਾਮ ਸੀ ਯੂਨਾਈਟਿਡ ਪ੍ਰੋਵਿੰਸੀ। ਨੰਦਾ ਕੌਲ ਇਜ਼ ਦਾ ਸੈਂਟਰ ਕਰੈਕਟਰ ਇਨ। ਨੰਦਾ ਕੌਲ ਕਿਸ ਵਰਕ ਦੇ ਵਿੱਚ ਸੈਂਟਰ ਕਰੈਕਟਰ ਹੈ? ਫਾਇਰ ਔਨ ਦਾ ਮਾਊਂਟੇਨ ਦੇ ਵਿੱਚ। ਨੈਕਸਟ ਕੁਐਸਚਨ, ਰਾਜਕੁਮਾਰ ਇਜ਼ ਦਾ ਸੈਂਟਰ ਕਰੈਕਟਰ ਆਫ ਦ ਗਲਾਸ ਪੈਲੇਸ। ਹਾਂਜੀ, ਇਹ ਯਾਦ ਕਰਨ ਦਾ ਇੱਕ ਤਰੀਕਾ ਹੈਗਾ ਕਿ ਰਾਜਕੁਮਾਰ, ਦੇਖੋ ਪੈਲੇਸ ਹੈ, ਪੈਲੇਸ ਦੇ ਵਿੱਚ ਗਲਾਸ ਦਾ, ਸ਼ੀਸ਼ਿਆਂ ਦਾ, ਕੱਚ ਦਾ, ਗਲਾਸ ਦਾ ਬਣਿਆ ਹੋਇਆ ਪੈਲੇਸ ਹੈ, ਤੇ ਉਸ ਦੇ ਵਿੱਚ ਇੱਕ ਰਾਜਕੁਮਾਰ ਰਹਿੰਦਾ ਹੈ, ਸੈਂਟਰ ਕਰੈਕਟਰ ਹੈ, ਯਾਦ ਕਰਨ ਦਾ ਵੇ ਆ। ਨੈਕਸਟ ਕੁਐਸਚਨ, ਇਨ ਵਿਚ ਵਰਕ ਡਸ ਅਰੁੰਧਤੀ ਰੋਏ ਪ੍ਰੇਜ਼ ਗਾਂਧੀ। ਹਾਂਜੀ, ਗਾਂਧੀ ਜੀ ਨੂੰ ਕਿਸ ਵਰਕ ਦੇ ਵਿੱਚ ਅਰੁੰਧਤੀ ਰਾਏ ਨੇ ਪ੍ਰੇਜ਼ ਕੀਤਾਗਾ? ਆਂਸਰ ਹੈਗਾ ਦਾ ਡਾਕਟਰ ਐਂਡ ਦਾ ਸੈਂਟ। ਨੈਕਸਟ ਕੁਐਸਚਨ, ਹੂ ਪਬਲਿਸ਼ ਸਰੋਜਨੀ ਨਾਇਡੂਜ਼ ਵਰਕ ਦ ਫੀਦਰ ਆਫ ਡਾਨ। ਕਿਸਨੇ ਪਬਲਿਸ਼ ਕੀਤਾ? ਉਹਨਾਂ ਦੀ ਡਾਟਰ ਨੇ, ਡਾਟਰ। ਦ ਰੋਪ ਇਨ ਦ ਨੋਵਲ ਦ ਸਰਪੈਂਟ ਐਂਡ ਦ ਰੋਪ ਸਟੈਂਡਸ ਫॉर। ਹਾਂਜੀ, ਰੋਪ ਕਿਸ ਚੀਜ਼ ਨੂੰ ਸਟੈਂਡ ਕਰ ਰਹੀ ਹੈਗੀ ਸਰਪੈਂਟ ਆਫ ਦ ਰੋਪ ਦੇ ਵਿੱਚ? ਆਂਸਰ ਆਏਗਾ ਰਿਐਲਿਟੀ। ਹਾਂਜੀ, ਟ੍ਰਿਕ ਹੈ ਇਸ ਯਾਦ ਕਰਨ ਦੀ, ਮੈਂ ਪਹਿਲਾਂ ਵੀ ਦੱਸੀ ਹੋਈ ਆ ਕਿ R ਫॉर ਰੋਪ, R ਫॉर ਰਿਐਲਿਟੀ ਯਾਦ ਰੱਖ ਲਿਓ। ਸਰਪੈਂਟ ਦਾ ਹੈਗਾ ਇਲੂਜ਼ਨ। ਨੈਕਸਟ ਕੁਐਸਚਨ, ਵਿਚ ਵਰਕ ਡਿਡ ਖੁਸ਼ਵੰਤ ਸਿੰਘ ਰਾਈਟ ਇਨ ਦਾ ਕੋਲੈਬੋਰੇਸ਼ਨ ਵਿਦ ਹਮਰ ਕੁਰੈਸ਼ੀ। ਹਾਂਜੀ, ਹਮਰ ਕੁਰੈਸ਼ੀ ਨਾਲ ਕਿਹੜਾ ਵਰਕ ਹੈ ਜੋ ਖੁਸ਼ਵੰਤ ਸਿੰਘ ਜੀ ਨੇ ਮਿਲ ਕੇ ਲਿਖਿਆ ਸੀਗਾ? ਆਂਸਰ ਹੈ ਦ ਗੁੱਡ, ਦ ਬੈਡ ਐਂਡ ਦ ਰਿਡੀਕੁਲਸ। ਨੈਕਸਟ ਕੁਐਸਚਨ, ਵੈਨ ਡਿਡ ਰਵਿੰਦਰਨਾਥ ਟੈਗੋਰ ਰਿਸੀਵ ਦ ਨੋਬਲ ਪ੍ਰਾਈਜ਼? ਮੋਸਟ ਇੰਪੋਰਟੈਂਟ ਕੁਐਸਚਨ। ਹਾਂਜੀ, 1913 ਦੇ ਵਿੱਚ, 1913 ਦੇ ਵਿੱਚ ਰਵਿੰਦਰਨਾਥ ਟੈਗੋਰ ਜੀ ਨੂੰ ਨੋਬਲ ਪ੍ਰਾਈਜ਼ ਮਿਲਿਆ। ਇਹ ਫਸਟ ਇੰਡੀਅਨ, ਫਸਟ ਏਸ਼ੀਅਨ ਐਂਡ ਯੂਰਪੀਅਨ ਸੀਗੇ ਜਿਹੜੇ ਆਪਣੇ, ਜਿਨ੍ਹਾਂ ਨੂੰ ਫਸਟ ਨੋਬਲ ਪ੍ਰਾਈਜ਼ ਮਿਲਿਆ ਸੀ। ਇੰਗਲਿਸ਼ ਲਿਟਰੇਚਰ ਦੇ ਫਸਟ ਨੇ
एशियन, ठीक है जी। नेक्स्ट, हु कॉल्ड जॉन डन द मैटाफिजिकल पोइट, मैटाफिजिकल पोइट जॉन डन ਨੂੰ ਕਿਹਨਾਂ ਨੇ ਕਿਹਾਗਾ, ਸੈਮੂਅਲ ਜੌਨਸਨ ਨੇ। एक्सेसिवनेस ऑफ ब्लड लीड्स टू, एक्सेसिवनेस ऑफ ब्लड किस चीज़ ਨੂੰ ਸ਼ੋ ਕਰ ਰਿਹਾ ਹੈਗਾ, ऑप्टिमिज्म। नेक्स्ट क्वेश्चन, कैरिसा इज कैरेक्टर इन द रेप ऑफ द लॉक ਦੇ ਵਿੱਚ। नेक्स्ट क्वेश्चन, हु डिक्लेयर हैमलेट वाज एन आर्टिस्टिक फेलर, किसने डिक्लेयर किया कि हैमलेट एक आर्टिस्टिक फेलर हैगा, बाय टी.एस. एलियट द्वारा। द टर्म नेगेटिव कैपेबिलिटी गिवन बाय, सारे ही पता है जी, कीट्स द्वारा। फैनी गुडविल इज कैरेक्टर इन, फैनी गुडविल किस वर्क दे विच कैरेक्टर है, फैनी गुडविल हैगी है जी जोसेफ एंड्रयूज दे विच। हु रोट आ हाउस फॉर मिस्टर विश्वास, तो सारे ही पता है जी, वी.एस. नैपाल द्वारा लिखा गया है। हु वाज द फर्स्ट रेसिपिएंट ऑफ नोबल प्राइज इन लिटरेचर, पहले ही दस के हटिया 1913 ਦੇ ਵਿੱਚ ਮਿਲਿਆ, ਕਿਸ ਨੂੰ ਮਿਲਿਆ ਜੀ, ਰਵਿੰਦਰਨਾਥ ਟੈਗੋਰ ਨੂੰ ਮਿਲਿਆ ਜੀ ਲਿਟਰੇਚਰ ਦੇ ਵਿੱਚ। किस बुक लिए मिले, गीतांजलि लिए मिले, वैसे तो गीतांजलि ज़्यादा फेमस हुई सी। हाँ जी, 26 क्वेश्चन कर रहे हैं जी आप, विच वर्क डील्स विद द ग्रीक रेवोल्यूशन, हाँ जी, ग्रीक रेवोल्यूशन नाल किहड़ा वर्क डील करता है, हैलास। उस तो बाद नैक्सट क्वेश्चन है जी तुहाडा 27th, मिस टेलर इज कैरेक्टर इन, मिस टेलर किस वर्क दे विच कैरेक्टर है जी, एमा दे विच। सलमान रुश्दी's नोवल शेम सैट इन, कित्थे सैट होया जी, पाकिस्तान। वैसे पाकिस्तान का एग्जैक्ट प्लेस दस्या होया इन्होंने, क्यों क्यों नाम के प्लेस दे विच होया, पाकिस्तान दे विच। हाँ जी, वेस्सेक्स इज सर्व्स एज अ लोकेशन इन द वर्क ऑफ, हाँ जी, किस दे वर्क दे विच वेस्सेक्स है जो एक लोकेशन के तौर पर उसने यूज़ किया गा, किया थॉमस हार्डी द्वारा। लाइक जेम्स जॉयस ने डबलिन यूज़ किया, एवं वेस्सेक्स इन्होंने किया थॉमस हार्डी ने। एग्जाइल्स इज द ओनली प्ले रिटन बाय, हाँ जी, बहुत ही इंपॉर्टेंट क्वेश्चन है, किस द्वारा लिखा गया, जेम्स जॉयस द्वारा लिखा गया। एक प्ले है, सिर्फ ओनली प्ले, एक प्ले लिखा सी एग्जाइल्स। हाँ जी, 31, इन विच पोइम डज लवर मर्डर हिज बिलव्ड, हाँ जी, लवर ने अपनी बिलव्ड का मर्डर किया, किस वर्क दे विच किया, हाँ जी, इसका आंसर हैगा जी पोर्फिरियस लवर दे विच। 32 क्वेश्चन, द फ्रेज द विलिंग सस्पेंशन ऑफ डिसबिलीफ अकर इन, हाँ जी, किस दे विच आंदा, लाइन ये आंदी हैगी जी बायोग्राफिया लिटरेरिया दे विच। नेक्स्ट क्वेश्चन, हुज एपिक्स डिड सैमुअल बटलर ट्रांसलेट इनटू इंग्लिश, हाँ जी, सॉरी, इंग्लिश प्रोज दे विच, हाँ जी, सैमुअल बटलर ने किस दे वर्क नू इंग्लिश प्रोज दे विच ट्रांसलेट किया, होमर दे। नेक्स्ट क्वेश्चन, मार्लो बिलोंग्स टू यूनिवर्सिटी ऑफ विट्स, सिंपल क्वेश्चन लगता बट यही इंपॉर्टेंट बहुत क्वेश्चन। नेक्स्ट क्वेश्चन 35th, हेलेनिज्म इन कल्चर ऑफ एनार्की स्टैंड्स फॉर, किस चीज़ लिए स्टैंड करता, स्पिरिट ऑफ माइंड। 36th क्वेश्चन, विच वर्क इज प्रीक्वल टू क्रैनफोर्ड, हाँ जी, क्रैनफोर्ड का प्रीक्वल केड़ा जी, मिस्टर हैरिसन्स कन्फेशन, हाँ जी, लास्ट टाइम वीडियो के विच मैं सीक्वल दस्या सी, सीक्वल की हुंदा नैक्सट पार्ट, प्रीक्वल की हुंदा उसका पहला पार्ट, क्रैनफोर्ड का पहला पार्ट केड़ा सीगा, मिस्टर हैरिसन्स कन्फेशंस। नैक्सट क्वेश्चन, अ टेल ऑफ टब पीटर रिप्रजेंट, हाँ जी, पीटर किस चीज़ में रिप्रजेंट कर रहा, रोमन कैथोलिक में। स्टूडेंट्स सम टाइम ना तुहानूं पता ही हैगा कि टाइपिंग दे टाइप करते टाइम भी प्रॉब्लम हो जाती है, एक दो क्वेश्चन के प्रॉब्लम जरूर आई होएगी, और सम टाइम आंसर दसते टाइम भी माइंड सम टाइम किते इधर उधर होंदा है, वैसे तो 99% ठीक होंदा, फिर भी फीडबैक जरूर दिया करो। हाँ जी, 38th क्वेश्चन, हु इज़ नोन एज मिस एंथ्रोपोलॉजिस्ट, किसनों कहा जाता है जी, स्विफ्ट नूं, जोनाथन स्विफ्ट। वट इज़ रिटन एट द एंट्रेंस ऑफ वुदरिंग हाइट्स, ये क्वेश्चन जी दिसंबर 2020 के पेपर के विच आया सीगा, ये मास्टर कैडर दे विच। वट इज़ रिटन एट द एंट्रेंस ऑफ वुदरिंग हाइट्स, वुदरिंग हाइट्स के एंट्रेंस के उपर की लिखा गया जी, लिखा होया हेयरटन अंशा 1500 1500। हु इज़ कॉल्ड पोइट ऑफ ट्विकनहैम, हाँ जी, किसनों कहा जाता पोइट ऑफ ट्विकनहैम, अलेक्जेंडर पॉपू। 41, हु हाईली इन्फ्लुएंस्ड बाय वाल्टर पैटर, हाँ जी, वाल्टर पैटर द्वारा काफ़ी ज़्यादा इन्फ्लुएंस कौन हुए ने जी, जॉन रस्किन। टू अर्न इज़ ह्यूमन, टू फॉरगिव इज़ डिवाइन, फ्रॉम, ये लाइन कितों ली गई है जी, ये लाइन ली गई है एन एसे ऑन क्रिटिसिज्म दे विचों, बहुत ज़्यादा इंपॉर्टेंट कोटेशन हैगी। नैक्सट क्वेश्चन, मॉड इज़ आ, हाँ जी, मॉड की है, एक मोनोड्राम है जो कि लिखा गया टेनिसन द्वारा।
ਵਿਚ ਪੋਮ ਡੀਲਸ ਵਿਦ ਦਾ ਕੰਸੈਪਟ ਆਫ ਬਿਊਟੀ, ਕਿਹੜੀ ਪੋਇਮ ਹੈ ਜੋ ਬਿਊਟੀ ਦੇ ਕੰਸੈਪਟ ਨਾਲ ਡੀਲ ਕਰਦੀ ਆ? ਆਂਸਰ ਹੈ ਦ ਸਟੋਰੀ ਆਫ ਰਿਮਿਨੀ। 45th question, subtitle of the Temple of Fame is by Alexander Pope। ਆਂਸਰ ਹੈਗਾ ਜੀ ਇਸ ਦਾ ਅ ਵਿਜ਼ਨ। ਹਾਂਜੀ, ਸਬਟਾਈਟਲ ਦੀ ਵੀਡੀਓ ਵੀ ਅਪਲੋਡ ਹੈ, ਤਾਂ ਕੱਲ ਗੋ ਥਰੂ ਹੋ ਜਾਣਾ ਇਹਨਾਂ ਸਬਟਾਈਟਲ ਨਾਲ, ਕਿਉਂਕਿ ਕਾਫੀ ਜ਼ਿਆਦਾ ਇੰਪੋਰਟੈਂਟ ਨੇ। 46th question, when was A Train to Pakistan published? A Train to Pakistan ਕਦੋਂ ਪਬਲਿਸ਼ਡ ਹੋਈ ਸੀ ਜੀ? 1956 ਦੇ ਵਿੱਚ, 1956 ਦੇ ਵਿੱਚ। ਹਾਂਜੀ, ਟੂ ਵਿਚ ਕੰਟਰੀ ਡਜ਼ ਸਟੀਫਨ ਲਿਕੌਕ ਬਿਲੋਂਗ? ਸਟੀਫਨ ਲਿਕੌਕ ਕਿਸ ਕੰਟਰੀ ਨਾਲ ਬਿਲੋਂਗ ਕਰਦੇ ਨੇ ਜੀ? ਕੈਨੇਡਾ ਨਾਲ। 48th question, A Modest Proposal by Swift is published in 1729 ਦੇ ਵਿੱਚ ਪਬਲਿਸ਼ਡ ਹੋਇਆ, 1729 ਦੇ ਵਿੱਚ। ਸਟੂਡੈਂਟਸ ਸਮਟਾਈਮ ਨਾ ਬੋਲਦੇ ਟਾਈਮ ਇੰਗਲਿਸ਼ ਜਾਂ ਪੰਜਾਬੀ ਦੇ ਵਿੱਚ ਜਦੋਂ ਡਿਜਿਟਸ ਨੂੰ ਕਨਵਰਟ ਕਰਦੇ ਆ ਸਮਟਾਈਮ ਰੋਂਗ ਹੋ ਜਾਂਦਾ, ਤਾਂ ਤੁਸੀਂ ਦੇਖ ਲਓ 1729 ਹੀ ਆ। ਵੈਸੇ ਮੈਂ ਟਰਾਈ ਕਰਦੇ ਹਾਂ ਕਿ ਸਭ ਸਹੀ ਹੋਵੇ। Which novel is Nepal's last novel? ਨੇਪਾਲ ਦਾ ਲਾਸਟ ਨੋਵਲ ਕਿਹੜਾ ਜੀ? ਮੈਜਿਕ ਸੀਡਸ। ਸਵਿਫਟ ਬਿਲੋਂਗਸ ਟੂ, ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਸਵਿਫਟ ਕਿੱਥੋਂ ਬਿਲੋਂਗ ਕਰਦੇ ਨੇ ਜੀ? ਆਇਰਲੈਂਡ ਤੋਂ। When did T.S. Eliot win Nobel Prize? T.S. Eliot ਨੂੰ ਨੋਬਲ ਪ੍ਰਾਈਜ਼ ਕਦੋਂ ਮਿਲਿਆ? 1948 ਦੇ ਵਿੱਚ, 1948 ਦੇ ਵਿੱਚ। 52nd question, A poem Words Upon the Window Pane is written by? ਆਂਸਰ ਹੈ W.B. Yeats। Next question, which essay is autobiographical dealing with Virginia Woolf's childhood experience and death of her mother? ਹਾਂਜੀ, ਕਿਹੜਾ ਗਾ ਜੀ ਉਸਦੀ? ਵੈਸੇ ਆਟੋਬਾਇਓਗ੍ਰਾਫਿਕਲ ਦੀ ਪਤਾ ਲੱਗਦਾ, ਉਸਦਾ ਮੇਨ ਹੈਗਾ ਰੈਮਿਨੀਸੈਂਸ। ਨੈਕਸਟ ਹੈ, who called Rudyard Kipling good bad poet? ਹਾਂਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਰੂਡੀਆਰਡ ਕਿਪਲਿੰਗ ਨੂੰ ਗੁੱਡ ਬੈਡ ਪੋਇਟ ਕਿਸਨੇ ਕਿਹਾ ਸੀ ਜੀ? ਜਾਰਜ ਆਰਵੈਲ ਦੁਆਰਾ। ਮੋਲੀ ਇਜ਼ ਕਰੈਕਟਰ ਇਨ ਦਾ ਨੋਵਲ? ਹਾਂਜੀ, ਮੋਲੀ ਕਿਸ ਦੇ ਵਿੱਚ ਕਰੈਕਟਰ ਹੈ ਜੀ? ਐਨੀਮਲ ਫਾਰਮ ਦੇ ਵਿੱਚ। ਨੈਕਸਟ ਕੁਐਸਚਨ, ਵੇਅਰ ਵਾਜ਼ ਡੋਰਿਸ ਲੈਸਿੰਗ ਬੋਰਨ? ਡੋਰਿਸ ਲੈਸਿੰਗ ਦਾ ਬਰਥ ਕਿੱਥੇ ਹੋਇਆ ਜੀ? ਈਰਾਨ ਦੇ ਵਿੱਚ। ਵਿਚ ਕਰੈਕਟਰ ਫਾਈਂਡਸ ਅ ਕੌਂਚ ਇਨ ਦਾ ਲਾਰਡ ਆਫ ਫਲਾਈਜ਼? ਹਾਂਜੀ, ਇੱਥੇ ਨਾ ਕੁਐਸਚਨ ਦੇ ਵਿੱਚ ਕੀ ਲਾਰਡ ਆਫ ਫਲਾਈਜ਼ ਦੇ ਵਿੱਚ ਕੌਂਚ ਕਿਸ ਨੂੰ ਮਿਲੇ? ਵੈਸੇ ਕੌਂਚ ਮਿਲੇ ਤਾਂ ਦੋਨਾਂ ਨੂੰ ਸੀ ਜੀ, ਰੈਲਫ ਤੇ ਪਿਗੀ ਨੂੰ। ਬਸ ਫਸਟ ਆਨਸਰ ਹੈਗਾ ਜੀ ਪਿਗੀ, ਫਸਟ ਪਿਗੀ ਨੂੰ ਮਿਲਿਆ। ਆਫਟਰ ਦੈਟ ਇਹਨਾਂ ਨੂੰ ਵੀ ਮੈਂਸ਼ਨ ਕੀਤਾ ਗਿਆ ਕਿ ਰੈਲਫ ਨੂੰ ਵੀ ਮਿਲਿਆਗਾ। ਤਾਂ ਪੇਪਰ ਦੇ ਵਿੱਚ ਸਿਰਫ ਇੱਕ ਹੀ ਆਪਸ਼ਨ ਆਏਗਾ, ਪਿਗੀ ਔਰ ਰੈਲਫ ਦੇ ਵਿੱਚੋਂ। ਨਹੀਂ ਬਹੁਤ ਆ ਜਾਏਗਾ ਤਾਂ ਦੋਨਾਂ ਤੇ ਲਗਾ ਲਓ, ਜੇ ਅਗਰ ਪਿਗੀ ਹੈ ਤਾਂ ਪਿਗੀ, ਅਗਰ ਪਿਗੀ ਨਹੀਂ ਹੈ ਤਾਂ ਰੈਲਫ। ਨੈਕਸਟ ਕੁਐਸਚਨ, into how many parts is Midnight Children divided? Midnight Children ਨੂੰ ਕਿੰਨੇ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਜੀ? 3 ਪਾਰਟਸ ਦੇ ਵਿੱਚ। The line all alone is example of? ਹਾਂਜੀ, all alone ਇਹ ਕਿਸ ਚੀਜ਼ ਦੀ ਐਗਜ਼ਾਮਪਲ ਹੈ ਜੀ? ਇਹ ਐਗਜ਼ਾਮਪਲ ਹੈਗੀ ਐਲੀਟ੍ਰੇਸ਼ਨ ਦੀ। In which genre is Stephen Leacock proficient? ਕਿਸ ਦੇ ਵਿੱਚ ਮਹਾਰਤ ਸੀ ਜੀ ਸਟੀਫਨ ਲੀਕੌਕ ਨੂੰ? ਸ਼ਾਰਟ ਸਟੋਰੀ ਦੇ ਵਿੱਚ। ਨੈਕਸਟ ਕੁਐਸਚਨ 61, ਹਾਂਜੀ 61 ਕੁਐਸਚਨ ਹੈ ਜੀ, ਵਿਚ ਵਰਕ ਹੈਜ਼ ਸਬਟਾਈਟਲ ਅਮੋਇਰ? ਕਿਸ ਚੀਜ਼ ਦਾ ਸਬਟਾਈਟਲ ਹੈ ਅਮੋਇਰ? ਜੋਸਫ ਐਂਟਨ ਦਾ। ਰਿਟਨ ਬਾय, ਤੁਸੀਂ ਕਮੈਂਟ 'ਚ ਜ਼ਰੂਰ ਦੱਸਣਾ ਕਿਸ ਨੇ ਲਿਖਿਆ, ਕਿਉਂਕਿ ਮੈਂ ਹੀ ਸਾਰਿਆਂ ਦੇ ਆਨਸਰ ਨਹੀਂ ਦੱਸੂਗੀ। ਹਾਂਜੀ, ਰਿਚਰਡਸਨ ਰੌਟ ਫਸਟ ਨੋਵਲ ਇਨ ਦਾ ਏਜ? ਹਾਂਜੀ, ਰਿਚਰਡਸਨ ਨੇ ਸਭ ਤੋਂ ਪਹਿਲਾਂ ਫਸਟ ਨੋਵਲ ਕਿਹੜੀ ਏਜ 'ਚ ਲਿਖਿਆ ਸੀ ਜੀ? 51 ਦੇ ਵਿੱਚ, 51 ਸਾਲ ਦੀ ਉਮਰ 'ਚ। ਟਰੂਥ ਲਵ ਐਂਡ ਦਾ ਮੈਲਿਸ ਇਜ਼ ਆਟੋਬਾਇਓਗ੍ਰਾਫੀ ਆਫ? ਕਿਹਨਾਂ ਦੀ ਆਟੋਬਾਇਓਗ੍ਰਾਫੀ ਹੈ ਜੀ? ਖੁਸ਼ਵੰਤ ਸਿੰਘ ਦੀ। ਨੈਕਸਟ ਕੁਐਸਚਨ, ਅਰੁੰਧਤੀ ਰਾਏ ਵੌਨ ਦਾ ਬੁਕਰ ਪ੍ਰਾਈਜ਼ ਫॉर ਵਿਚ ਨੋਵਲ? ਕਿਹੜੇ ਵਰਕ ਦੇ ਲਈ ਮਿਲਿਆ ਸੀ ਜੀ? ਦ ਗॉड ਆਫ ਸਮਾਲ ਥਿੰਗਸ ਲਈ। ਵਟ ਆਰ ਫ੍ਰੀ ਮੋਰਫੀਮ? ਫ੍ਰੀ ਮੋਰਫੀਮ ਕਿਹੜਾ ਹੁੰਦਾ ਜੀ? ਦੇਖੋ ਆਪਸ਼ਨ ਦੇ ਵਿੱਚ ਇਹੋ ਜਿਹੇ ਕੁਐਸਚਨ ਆਉਂਦੇ ਨੇ ਅਕਸਰ ਵੱਡੀਆਂ ਲਾਈਨਾਂ ਵਾਲੇ, ਤਾਂ ਧਿਆਨ ਨਾਲ ਸਮਝਿਆ ਕਰੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਐਗਜ਼ਾਮ ਕ੍ਰੈਕ ਕਰਨ ਦੀ ਇੱਕ ਟ੍ਰਿਕ ਦੱਸਦੀ ਹਾਂ, ਇੱਕ ਵੇ ਹੁੰਦਾ ਹੈ। ਸਭ ਤੋਂ ਪਹਿਲਾਂ ਤੁਸੀਂ ਵੇ ਨੂੰ ਕੀ ਕਰਨਾ ਜੀ? ਫਸਟ ਆਫ ਆਲ ਤੁਸੀਂ ਆਨਸਰ ਨਹੀਂ ਲੱਭਣਾ। ਜਦੋਂ ਵੀ ਤੁਸੀਂ ਆਨਸਰ ਲੱਭਦੇ ਹੋ ਨਾ, ਤੁਹਾਡਾ ਗਲਤ ਹੁੰਦਾ। ਤੁਸੀਂ ਆਨਸਰ ਨਾ ਲੱਭੋ, ਤੁਸੀਂ ਰੋਂਗ ਆਨਸਰ ਲੱਭੋ। ਜਦੋਂ ਤੁਸੀਂ ਰੋਂਗ ਆਨਸਰ ਲੱਭ ਲਓਗੇ ਤਾਂ ਆਪਣੇ ਆਪ ਹੀ ਤੁਹਾਡੇ ਕੋਲ ਲਾਸਟ ਤੇ ਆਨਸਰ ਮਿਲ ਜਾਏਗਾ। ਸੈਕਿੰਡ ਥਿੰਗ, ਮੈਂ ਤੁਹਾਨੂੰ ਇੱਕ ਨਾ ਸੱਚੀ ਗੱਲ ਹੈਗੀ ਜੋ ਬਹੁਤ ਹੀ 99.1% ਜੋ ਕੰਮ ਕਰਦੀ ਆ। ਦੇਖੋ, ਜਿਹੜੇ ਕੁਐਸਚਨ ਤੁਹਾਨੂੰ ਆਨਸਰ ਆਉਂਦਾ ਹੀ ਨਹੀਂ ਹੈਗਾ, ਕਦੇ ਸੁਣਿਆ ਹੀ ਨਹੀਂ ਹੈਗਾ, ਸੁਣਿਆ ਵੀ ਨਹੀਂ, ਆਉਂਦਾ ਵੀ ਨਹੀਂ, ਤਾਂ ਤੁਸੀਂ ਜੇ ਉਹਦੇ ਉੱਤੇ ਕੋਈ ਟ੍ਰਿਕ ਯੂਜ਼ ਕਰ ਲਓ ਤਾਂ ਫਾਇਦਾ ਹੀ ਆ। ਨਾਲੋਂ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਤਾਂ ਉਸ ਕੁਐਸਚਨ ਲਈ ਤੁਸੀਂ ਕੀ ਕਰਨਾ, ਜਿਹੜਾ ਤੁਸੀਂ ਨਾ ਹੀ ਕਦੇ ਸੁਣਿਆ ਹੈ ਤੇ ਨਾ ਹੀ ਤੁਹਾਨੂੰ ਆਉਂਦਾ ਹੈ, ਉਸ ਲਈ ਨਾ ਜਦੋਂ ਤੁਸੀਂ ਆਨਸਰ ਪੜ੍ਹਦੇ ਹੋ, ਕੁਐਸਚਨ ਪੜ੍ਹਦੇ ਹੋ ਤੇ ਆਪਸ਼ਨ ਪੜ੍ਹਦੇ ਹੋ, ਤੁਹਾਡੀ ਇਨਰ ਸੋਲ, ਜਿਸ ਨੂੰ ਆਪਾਂ ਅੰਤਰ ਆਤਮਾ ਕਹਿੰਦੇ ਹਾਂ,
ਤੁਹਾਡੀ ਇਨਰ ਸੋਚ ਸਭ ਤੋਂ ਪਹਿਲਾਂ ਕੁਐਸਚਨ ਤੇ ਆਪਸ਼ਨ ਪੜਨ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਆਨਸਰ ਦੱਸਦੀ ਆ ਵੀ ਇਹ ਆਪਸ਼ਨ ਹੋ ਸਕਦਾ ਹੈ 99.1% ਉਹੀ ਆਨਸਰ ਹੁੰਦਾ ਹੈ 99.1%। ਤਾਂ ਜਿੱਥੇ ਕੁਐਸਚਨ ਆਉਂਦਾ ਨਹੀਂ, ਕਦੇ ਸੁਣਿਆ ਨਹੀਂ, ਤਾਂ ਇਹ ਟ੍ਰਿਕ ਜ਼ਰੂਰ ਅਪਣਾਓ। ਦੇਖੋ ਵੈਸੇ ਵੀ ਨੰਬਰ ਜਾਣਗੇ ਉਹਦੇ ਵਿੱਚੋਂ, ਤਾਂ ਟ੍ਰਿਕ ਅਪਣਾਉਣ ਨਾਲ ਕੀ ਪਤਾ ਫਾਇਦਾ ਹੋ ਜਾਏ। ਠੀਕ ਹੈ, ਜਸਟ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ, ਅੱਗੇ ਤੁਹਾਡੀ ਮਰਜ਼ੀ ਫੋਲੋ ਕਰਨੀ ਨਹੀਂ। ਹਾਂਜੀ, ਵਟ ਆਰ ਫ੍ਰੀ ਮੋਰਫਿਮ? ਫ੍ਰੀ ਮੋਰਫਿਮ ਕੀ ਹੁੰਦੇ ਨੇ ਜੀ? ਕੈਨ ਸਟੈਂਡ ਅਲੋਨ, ਜੋ ਆਪਣੇ ਆਪ ਹੀ ਖੜੇ ਹੁੰਦੇ ਨੇ, ਸਟੈਂਡ ਅਲੋਨ, ਜਿਨ੍ਹਾਂ ਦਾ ਆਪਣਾ ਇੱਕ ਮੀਨਿੰਗ ਹੁੰਦਾ ਜੀ। ਨੈਕਸਟ ਕੁਐਸਚਨ, ਦ ਐਕਸਪ੍ਰੈਸ਼ਨ ਸਵੈਟਿੰਗ ਸਕਾਈ ਇਜ਼ ਐਗਜ਼ਾਮਪਲ ਆਫ। ਹਾਂਜੀ, ਇਹ ਸਵੈਟਿੰਗ ਸਕਾਈ, ਹਾਂਜੀ ਇਸ ਦੇ ਵਿੱਚ ਨਾ ਪਹਿਲਾਂ ਕੁਐਸਚਨ ਮੈਂ ਪਾਇਆ ਹੋਇਆ, ਇਸ ਦੇ ਵਿੱਚ ਕਮੈਂਟ ਆਇਆ ਸੀ ਇੱਕ ਸਟੂਡੈਂਟ ਦਾ ਕਿ ਇਸ ਦੇ ਵਿੱਚ ਮੈਮ ਆਕਸੀਮੋਰੋਨ ਆਉਣਾ ਚਾਹੀਦਾ। ਨਹੀਂ ਜੀ, ਇਸ ਦਾ ਆਨਸਰ ਆਕਸੀਮੋਰੋਨ ਨਹੀਂ ਹੋਏਗਾ। ਇਸ ਦਾ ਆਨਸਰ ਕੀ ਹੈ? ਸਵੈਟਿੰਗ ਸਕਾਈ। ਦੇਖੋ ਸਕਾਈ ਨੂੰ ਆਪਾਂ ਸਵੈਟਿੰਗ ਮਤਲਬ ਕਿ ਆਪਾਂ ਸਕਾਈ ਨੂੰ ਇੱਕ ਨॉन ਲਿਵਿੰਗ ਥਿੰਗ ਨੂੰ ਐਕਟਿੰਗ ਐਜ਼ ਅ ਲਿਵਿੰਗ ਥਿੰਗ ਕਰ ਰਹੇ ਹਾਂ, ਕਿ ਇਨਸਾਨੀਅਤ ਵਾਲੀ ਚੀਜ਼ ਦਿਖਾ ਰਹੇ ਹਾਂ ਉਹਦੇ ਵਿੱਚ, ਤਾਂ ਇਹ ਕੀ ਹੁੰਦਾ? ਪਰਸੋਨੀਫਿਕੇਸ਼ਨ। ਵਿਚ ਵਨ ਇਜ਼ ਅ ਵੌਇਸਲੈਸ ਸਾਊਂਡ? ਹਾਂਜੀ, ਇਹਦੇ ਵਿੱਚੋਂ ਕਿਹੜੀ ਵੌਇਸਲੈਸ ਸਾਊਂਡ ਹੈ ਜੀ? ਐਫ ਇਜ਼ ਵੌਇਸਲੈਸ ਸਾਊਂਡ। Oliver Cromwell's Letters and Speeches by Thomas Carlyle has how many volume? ਹਾਂਜੀ, ਤੁਹਾਨੂੰ ਇਹਦਾ ਨਾਮ ਵੀ ਪਤਾ ਹੋਣਾ ਚਾਹੀਦਾ ਕਿਸ ਦੁਆਰਾ ਲਿਖਿਆ ਗਿਆ, ਔਰ ਇਸ ਦੇ ਵੋਲਿਊਮ ਕਿੰਨੇ ਨੇ ਜੀ? ਇਸ ਦੇ ਵੋਲਿਊਮ ਹੈਗੇ ਨੇ 5 ਵੋਲਿਊਮ ਦੇ ਵਿੱਚ ਇਹ ਡਿਵਾਈਡ ਕੀਤਾ ਗਿਆ। 69 The History of Frederick II the Great is written by? ਹਾਂਜੀ, ਕਿਸ ਦੁਆਰਾ ਲਿਖੀ ਗਈ ਹੈ? ਇਸ ਦਾ ਆਨਸਰ ਹੈ ਜੀ ਥਾਮਸ ਕਾਰਲਾਈਲ ਦੁਆਰਾ। 70th question, in which structure do all the lexical insertions occur? ਹਾਂਜੀ, ਸਾਰੀਆਂ lexical insertion ਕਿਸ ਦੇ ਵਿੱਚ ਆਉਂਦੀਆਂ ਨੇ ਜੀ? ਇਹ ਆਉਂਦੀਆਂ ਨੇ ਜੀ ਡੀਪ ਸਟਰਕਚਰ ਦੇ ਵਿੱਚ। ਨੈਕਸਟ ਕੁਐਸਚਨ, ਸਲੀਮ ਇਜ਼ ਅ ਸੈਂਟਰ ਕਰੈਕਟਰ ਇਨ? ਸਲੀਮ ਕਿਸ ਦੇ ਵਿੱਚ ਸੈਂਟਰ ਕਰੈਕਟਰ ਹੈ? ਅ ਬੈਂਡ ਇਨ ਦਾ ਰਿਵਰ, ਰਿਟਨ ਬਾय V.S. ਨੈਪੌਲ। ਵਿਚ ਨੋਵਲ ਵਾਸ ਅਡੈਪਟਡ ਇਨਟੂ ਦਾ ਫਿਲਮ ਦਾ ਸਮਗਲਰ? ਹਾਂਜੀ, ਕਿਹੜਾ ਵਰਕ ਹੈ ਜੋ ਫਿਲਮ ਦੇ ਤੌਰ ਤੇ ਲਿਆ ਗਿਆ ਸਮਗਲਰ ਦੇ ਤੌਰ ਤੇ? ਆਨਸਰ ਹੈਗਾ ਦਾ ਹਿਊਮਨ ਫੈਕਟਰ, ਰਿਟਨ ਬਾय ਗ੍ਰਾਹਮ ਗ੍ਰੀਨੀ। 73rd ਕੁਐਸਚਨ, ਔਨ ਵਿਚ ਐਸਪੈਕਟ ਡਸ ਸਿੰਟੈਕਸ ਫੋਕਸ? ਹਾਂਜੀ, ਔਨ ਵਿਚ ਐਸਪੈਕਟ, ਕਿਹੜੇ ਐਸਪੈਕਟ ਤੇ ਜੋ ਸਿੰਟੈਕਸ ਨੇ ਫੋਕਸ ਕਰਦੇ ਨੇ? ਹਾਂਜੀ, ਇਸ ਦਾ ਆਨਸਰ ਹੈ ਸੈਂਟੈਂਸ ਦੇ ਉੱਤੇ। ਨੈਕਸਟ ਕੁਐਸਚਨ, ਦ ਹਿਸਟਰੀ ਆਫ ਸਰ ਚਾਰਲਸ ਗ੍ਰੈਂਡੀਸਨ ਪਬਲਿਸ਼ਡ? ਇਹ ਕਦੋਂ ਪਬਲਿਸ਼ਡ ਹੋਈ ਜੀ? 1753 ਦੇ ਵਿੱਚ, 1753 ਦੇ ਵਿੱਚ, ਬਾਈ ਰਿਚਰਡਸਨ। ਨੈਕਸਟ ਕੁਐਸਚਨ, ਰਸਕਿਨ ਗੇਵ ਟਰਮ? ਹਾਂਜੀ, ਰਸਕਿਨ ਨੇ ਕਿਹੜੀ ਟਰਮ ਦਿੱਤੀ ਆ? ਪਹਿਲਾਂ ਵੀ ਕੁਐਸਚਨ ਆਇਆ ਸੀ ਇੱਕ ਕਿ ਰਸਕਿਨ ਨੇ ਇੱਕ ਟਰਮ ਦਿੱਤੀ ਆ, ਪਹਿਲਾਂ ਵਾਲੇ ਕੁਐਸਚਨ 'ਚ ਕੀਤਾ ਸੀ ਆਪਾਂ ਨੇ ਪੈਥੇਟਿਕ ਫੈਲੇਸੀ। ਇਸ ਦੇ ਵਿੱਚ ਹੋਰ ਟਰਮ ਹੈਗੀ, ਤਾਂ ਰਸਕਿਨ ਨੇ ਕਿਹੜੀ ਟਰਮ ਦਿੱਤੀ ਆ ਜੀ? ਆਰਟ ਫॉर ਆਰਟ ਸੇਕ, ਆਰਟ ਫॉर ਆਰਟ ਸੇਕ ਟਰਮ ਗਿਵਨ ਬਾय ਰਸਕਿਨ, and also pathetic fallacy. Which one is not included in the 3 level of consonant sounds? ਹਾਂਜੀ, consonant sounds ਦੇ ਵਿੱਚੋਂ ਇਹਨਾਂ ਤਿੰਨ ਦੇ ਵਿੱਚੋਂ ਕਿਹੜੀ ਚੀਜ਼ ਨਹੀਂ ਹੈਗੀ? ਹਾਂਜੀ, ਇਸ ਦਾ ਆਨਸਰ ਹੈਗਾ ਜੀ, ਇਸ ਦੇ ਪਹਿਲਾ ਆਪਸ਼ਨ ਦੇਖ ਲਓ ਤੁਸੀਂ, ਮੈਨਰ ਆਫ ਆਰਟੀਕੂਲੇਸ਼ਨ ਹੁੰਦਾ ਹੈ, ਪਲੇਸ ਆਫ ਆਰਟੀਕੂਲੇਸ਼ਨ ਵੀ ਹੁੰਦਾ ਹੈ, ਪੋਜੀਸ਼ਨ ਆਫ ਵੋਕਲ ਕੋਰਡਸ ਵੀ ਹੁੰਦਾ, ਪੋਜੀਸ਼ਨ ਆਫ ਸੌਫਟ ਪੈਲੇਟ ਨਹੀਂ ਹੁੰਦਾ। ਨੋਟ ਲਿਖਿਆ ਜੀ, ਇਹ ਵਾਲਾ ਦੇਖ ਲਓ। ਹੈਨਰੀ ਫੀਲਡਿੰਗ ਬ੍ਰੌਟ ਪੈਰੋਡੀ ਆਫ ਪੈਮੀਲਾ? ਹਾਂਜੀ, ਕੁਐਸਚਨ ਕਨਫਿਊਜ਼ ਕਰਕੇ ਲਿਖਿਆ ਹੋਇਆਗਾ, ਪੈਮੀਲਾ ਨਹੀਂ ਪੁੱਛਿਆ ਜੀ। ਹੈਨਰੀ ਫੀਲਡਿੰਗ ਨੇ, ਉਹ ਤਾਂ ਰਿਚਰਡਸਨ ਨੇ ਲਿਖਿਆ ਸੀ ਪੈਮੀਲਾ, ਪੈਮੀਲਾ ਦੀ ਪੈਰੋਡੀ ਲਿਖੀ ਸੀ ਹੈਨਰੀ ਫੀਲਡਿੰਗ ਨੇ। ਕਦੋਂ ਲਿਖੀ ਸੀ ਜੀ? ਇਸ ਦਾ ਆਨਸਰ ਹੈ 1741। ਸਮਟਾਈਮ ਕੁਐਸਚਨ ਐਵੇਂ ਵੀ ਮੋਲਡ ਹੋ ਕੇ ਆ ਜਾਂਦੇ ਨੇਗੇ। ਇਹ 1741 ਦੇ ਵਿੱਚ ਪਬਲਿਸ਼ਡ ਹੋਈ ਸੀਗੀ ਇਸ ਦੀ ਪੈਮੀਲਾ ਦੀ ਪੈਰੋਡੀ, ਜਿਸ ਦਾ ਨਾਮ ਸੀਗਾ, ਜਿਸ ਨੂੰ ਸ਼ੈਮੀਲਾ ਵੀ ਕਿਹਾ ਜਾਂਦਾ ਸੀਗਾ। ਫੁੱਲ ਨੇਮ ਸੀਗਾ ਐਨ ਅਪੋਲੋਜੀ ਫॉर द ਲਾਈਫ ਆਫ ਮਿਸਿਸ ਸ਼ੈਮੀਲਾ ਐਂਡਰਿਊਜ਼। ਨੈਕਸਟ ਕੁਐਸਚਨ, ਐਲੋਫੋਨਸ ਇਨ ਇੰਗਲਿਸ਼ ਆਰ? ਹਾਂਜੀ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗਾ, ਆਨਸਰ ਆਏਗਾ ਇਸ ਦਾ ਇਨ ਕੰਪਲੀਮੈਂਟਰੀ ਡਿਸਟ੍ਰੀਬਿਊਸ਼ਨ। ਇਹ ਕੁਐਸਚਨ ਪਹਿਲਾਂ ਵੀ ਲੈਕਚਰਾਂ ਦੇ ਐਗਜ਼ਾਮ ਦੇ ਵਿੱਚ ਆਇਆ ਹੋਇਆ ਹੈ। ਹਾਂਜੀ, 79th ਕੁਐਸਚਨ ਹੈਗਾ ਜੀ, ਆਟੋਬਾਇਓਗ੍ਰਾਫੀ ਪ੍ਰੈਪਟੇਸ਼ੀਆ ਜਿਹੜੀ ਆਟੋਬਾਇਓਗ੍ਰਾਫੀ ਆ ਕਿਸ ਦੁਆਰਾ ਲਿਖੀ ਗਈ ਹੈ ਜੀ? ਜੌਨ ਰਸਕਿਨ ਦੁਆਰਾ। ਵਿਚ ਵਨ ਇਜ਼ ਨੋਟ, ਨੋਟ ਤੇ ਧਿਆਨ ਦਿਆ ਕਰੋ, ਵਿਚ ਵਨ ਇਜ਼ ਨੋਟ ਅ ਟਾਈਪ ਆਫ ਮੋਨੋਪਥੋਂਗਸ ਔਨ ਦਾ ਬੇਸਿਸ ਆਫ ਪਾਰਟ ਆਫ ਟੰਗ ਰੇਜ਼ਡ? ਹਾਂਜੀ, ਕਿਹੜੇ ਕਿਹੜੇ ਟਾਈਪ ਦੇ ਜਦੋਂ ਮੋਨੋਪਥੋਂਗ ਹੁੰਦੇ ਨੇ ਜਿਹੜੀ ਟੰਗ ਰੇਜ਼ ਕਰਦੀ ਹੈਗੀ, ਕਿਹੜੇ ਟਾਈਪ ਹੁੰਦੇ ਨੇ ਉਹ ਦੇਖ ਲਓ, ਜਿਹੜੇ ਨਹੀਂ ਹੈਗੇ ਉਹ ਤੁਹਾਨੂੰ ਪਤਾ ਲੱਗ ਜਾਏਗਾ। ਓਪਨ ਵੀ ਹੁੰਦਾ ਹੈ, ਕਲੋਜ਼ ਵੀ ਹੁੰਦਾ, ਹਾਫ ਕਲੋਜ਼ ਵੀ ਹੁੰਦਾ ਹੈ। ਇਟ ਮੀਨਸ ਆਨਸਰ ਕੀ ਆਏਗਾ? ਸੈਂਟਰਲ, ਸੈਂਟਰਲ ਨਹੀਂ ਹੁੰਦਾ। ਵਿਚ ਵਨ ਹੈਜ਼ ਦਾ ਸਬਟਾਈਟਲ ਐਸੇਜ਼ ਐਂਡ ਕ੍ਰਿਟਿਸਿਜ਼ਮ? ਹਾਂਜੀ, ਐਸੇਜ਼ ਐਂਡ ਕ੍ਰਿਟਿਸਿਜ਼ਮ ਇਸ ਦਾ, ਇਹ ਕਿਸ ਚੀਜ਼ ਦਾ ਸਬਟਾਈਟਲ ਹੈ, ਕਿਹੜੇ ਵਰਕ ਦਾ ਸਬਟਾਈਟਲ ਹੈ? ਇਸ ਦਾ ਆਨਸਰ ਹੈ ਇਮੇਜਨਰੀ ਹੋਮਲੈਂਡਸ ਦਾ।
नेक्स्ट क्वेश्चन, semiotics meaning, semiotic ਦਾ ਕੀ meaning ਹੈ? ਹਾਂਜੀ, ਇਸ ਦਾ ਆਨਸਰ ਆਏਗਾ the study of signs and symbols is called semiotics. Who is the author of the Less Deceived? Less Deceived ਦਾ author ਕੌਣ ਹੈ ਜੀ? ਫਿਲਿਪ ਲਾਰਕਿਨ. When was 1984 published? ਹਾਂਜੀ, 1984 ਵਰਕ ਸੀ ਕਦੋਂ ਪਬਲਿਸ਼ਡ ਹੋਇਆ ਸੀ? 1949 ਦੇ ਵਿੱਚ, 1949 ਦੇ ਵਿੱਚ. ਨੈਕਸਟ ਕੁਐਸਚਨ, the relevance of behaviorist psychology to language learning was questioned by, आंसर आएगा जी इसका चमस्की, नॉम चमस्की. नेक्स्ट, which one of the following was not a pen name of Walter Scott? हाँ जी, Walter Scott ਦਾ ਕਿਹੜਾ ਪੈਨ ਨੇਮ ਨਹੀਂ ਹੈਗਾ, ਇਹ ਦੇਖਣਾ ਤੁਸੀਂ. ਹਾਂਜੀ, ਬਾਕੀ ਤਿੰਨ ਤੁਹਾਨੂੰ ਉਹਨਾਂ ਦੇ ਨਾਮ ਪਤਾ ਚੱਲ ਜਾਣਗੇ. ਹਾਂਜੀ, ਇਹਨਾਂ ਦਾ ਨਾਮ ਨਹੀਂ ਹੈਗਾ ਜਾਰਜ ਆਰਵੈਲ, ਵਾਲਟਰ ਸਕॉट ਦਾ ਨਾਮ ਨਹੀਂ ਹੈਗਾ, ਬਾਕੀ ਤਿੰਨ ਨਾਮ ਨੇ ਜੋ ਵਾਲਟਰ ਸਕॉट ਦੇ ਨੇਗੇ. नोट कर लो. विच वन इज इवान बोलैंड्स लास्ट कलैक्शन ऑफ पोइम? हाँ जी, इवान बोलैंड दा लास्ट कलैक्शन ऑफ पोइम किहड़ी जिहदे विचों अ मैन विदाउट अ कंट्री. हाउ एल्स टैगोर वाज बिसाइड्स हिज नेम रविंद्रनाथ नॉन? हाँ जी, रविंद्रनाथ तो बिना टैगोर नूं होर किहड़े नाम नाल जानिया जांदा जी? गुरुदेव नाल. इंग्लिश इज अ, इंग्लिश इज द आंसर आएगा जी स्ट्रेस टाइम्ड लैंग्वेज. अ स्पीच साउंड इज आल्सो नोन एज, अ स्पीच साउंड नूं होर की कहा जांदा हैगा? फनीम. 91, which one is not, which one is not included in the three term level of vowel sounds? हाँ जी, इसका आंसर क्या आएगा? इसका आंसर आनागा जी पार्ट ऑफ द टंग यूज. हाँ जी, इस दे ना ऑप्शन 4 ਦੇ ਵਿੱਚੋਂ 3 ऑप्शन ने ਜਿਹੜੇ ਉਹ ਸ਼ਫਲ ਹੋ ਚੁੱਕੇ ਨੇ. ਇਸ ਦੇ ऑप्शन मैं लास्ट ਤੇ ਦੱਸਾਂਗੀ, ਇਸ ਨੂੰ ਪੈਂਡਿੰਗ ਰੱਖਦੇ ਹਾਂ. हाँ जी, 92nd. नेक्स्ट क्वेश्चन है, द स्ट्रक्चरलिस्ट मैथड लैंग्वेज टीचिंग वाज इन्फ्लुएंस्ड बाय द आइडियाज ऑफ? हाँ जी, किस दे आइडियाज द्वारा इन्फ्लुएंस होया? आंसर हैगा जी फर्डिनेंड डी ससोर द्वारा. 93rd, द फर्स्ट वर्जन ऑफ जॉन मिल्टन्स पैराडाइज लॉस्ट ਪਬਲਿਸ਼ਡ 1667, 1667 ਦੇ ਵਿੱਚ ਪਬਲਿਸ਼ਡ ਹੋਇਆ, ਜਿਸ ਦੇ ਵਿੱਚ ਹਾਊ ਮੈਨੀ ਬੁੱਕਸ ਕੰਸਿਸਟ ਇਨ ਇਟ? ਕਿੰਨੀਆਂ ਬੁੱਕਸ ਸੀ ਇਸ ਦੇ ਵਿੱਚ? 10 ਬੁੱਕਸ. 94th, who coined the phrase acoustical sublime? acoustical sublime term है जो किसने द्वारा coin की गई है जी? जॉन कीट्स द्वारा. नेक्स्ट क्वेश्चन, हाँ जी, मूव टू नेक्स्ट क्वेश्चन. द टर्म ऑब्जेक्टिव कोरिलेटिव, ऑब्जेक्टिव कोरिलेशन भी कह देंगे जिसनों अपीयर्स इन द एसे, किस एसे दे विच आया जी? हैमलेट एंड हिज प्रॉब्लम्स दे विच. 96 क्वेश्चन, इन कस्टडी इज अ नॉवल बाय, किस द्वारा लिखा गया जी? अनीता देसाई द्वारा. डेविड कॉपरफील्ड इज रिटन बाय चार्ल्स डिकन्स, मोस्ट इंपॉर्टेंट वर्क ऑफ चार्ल्स डिकन, मास्टरपीस. ए यू लाइक इट रिटन बाय शेक्सपियर. हाँ जी, इन द वर्ड फ्रेंडली एल वाई इज, अक्सर ये क्वेश्चन आते हैं जी एल वाई की है जी? बाउंड मॉर्फिम है. हाँ जी, फ्री बाउंड मॉर्फिम, मॉर्फिम की बहुत ज़्यादा वैल एक्सप्लेनड वीडियो जो मैं ऑलरेडी अपलोड कर चुकी हाँ. तुसी कल लास्ट डे दे विच मेरियां जिन्नियां भी वीडियोज़ ने ग्रामर रिलेटेड MCQ जरूर दे जरूर देखना. MCQ देखो ना देखो, ਜਿਹੜੇ ਥਰੈਟੀਕਲ ਨੇ ਉਹ ਜ਼ਰੂਰ ਦੇਖਣਾ, ਤੁਹਾਡੇ ਪੇਪਰ ਦੇ ਲਈ ਵਿੱਚ ਡੈਫੀਨੇਟਲੀ ਹੈਲਪਫੁਲ ਹੋਣਗੀਆਂ. ਨੈਕਸਟ ਕੁਐਸਚਨ, ਅ ਪੈਸੇਜ ਟੂ ਇੰਡੀਆ इज रिटन बाय? हाँ जी, अ पैसेज टू इंडिया इज रिटन बाय, अ पैसेज टू इंडिया किस द्वारा लिखा गया? E.M. फोस्टर द्वारा. हु इज नोन एज विजार्ड ऑफ नॉर्थ? विजार्ड ऑफ नॉर्थ किसनों कहा जाता है जी? वाल्टर स्कॉट नूं. विच वन इज नॉट? हाँ जी, आ बहुत ध्यान रखियो जी, नॉट विदाउट ए आंसर अपन गलत करवाते हैं. विच वन इज नॉट अ प्रिंसिपल ऑफ कॉग्निटिव, ऑफ आएगा ऑफ कॉग्निटिव थ्योरी. हाँ जी, केड़ी चीज़ नहीं है? रीडिंग नहीं हैगी. वट इज द वर्ड फॉर अ प्ले ऑन वर्ड्स? हाँ जी, बहुत इंपॉर्टेंट है. प्ले ऑन वर्ड्स के आंसर होंगे जी पन. इस बार भी पेपर के आया सीगा, जो कि एमसन द्वारा दित्तियां गया 7 टाइप ऑफ एम्बीग्यूटी के विच एक एमसन का एक क्वेश्चन पक्का आएगा 7 टाइप ऑफ एम्बीग्यूटी तो ही आएगा. वट इज अ पोम कॉल्ड हुज फर्स्ट लैटर्स ऑफ ईच लाइन स्पैल आउट अ वर्ड? हाँ जी, उसनों की कहा जाता है जी? उसनों कहा जाता है एक्रोस्टिक.
A poem with no meter or rhyme, हाँ जी ਉਹ poem ਜਿਸਦਾ ਕੋਈ ਮੀਟਰ ਤੇ ਕੋਈ ਰਾਈਮ ਨਹੀਂ ਹੈਗਾ ਉਸਨੂੰ ਕੀ ਕਿਹਾ ਜਾਂਦਾ ਜੀ free verse. Using words or letters to imitate sound, हाँ जी ਇਸਨੂੰ ਕੀ ਕਿਹਾ ਜਾਂਦਾ ਜੀ ਜਦੋਂ sounds ਦੇ words sound ਨੂੰ imitate ਕੀਤਾ ਜਾਂਦਾ ਜਿਵੇਂ ਕਿ click, click ਇੱਕ sound ਹੈ ਉਸਦਾ ਉਸ ਤੋਂ word ਬਣ ਗਿਆ ਠੀਕ ਹੈ ਜੀ ਉਸਨੂੰ ਕਿਹਾ ਜਾਂਦਾ onomatopoeia ਜਿਵੇਂ ਕਿ sound of the birds, animals ਜੋ ਵੀ sound ਹੁੰਦੀ ਆ a comparison of unlike things ਦਾ comparison ਕਰਨਾ ਹੈ ਜੀ without ਆ ਧਿਆਨ ਰੱਖਿਓ ਜੀ without using the word comparison such as like or as ਦੇਖੋ ਧਿਆਨ ਰੱਖੋ without ਲਿਖਿਆ ਹੋਇਆ ਜੇ ਤੁਸੀਂ without skip ਕਰਤਾ ਤੁਸੀਂ like or as ਨੂੰ ਦੇਖ ਕੇ ਅੱਖਾਂ ਬੰਦ ਕਰਕੇ simile ਤੇ ਆਨਸਰ ਲਗਾਓਗੇ ਨਹੀਂ ਜੀ simile ਨਹੀਂ ਆਏਗਾ ਇਸ ਦਾ ਆਨਸਰ ਆਏਗਾ metaphor is right answer. Applying human qualities to non-human things, ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਜਦੋਂ ਆਪਾਂ non living things ਨੂੰ non human things ਨੂੰ acting as a living thing ਕਰਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਹੈ personification. Next question, ਇੱਕ ਦੋ question ਥੋੜੇ ਜਿਹੇ ਰਿਪੀਟ ਹੋ ਗਿਆ ਇੱਕ question ਹੀ ਹੋਇਆ ਰਿਪੀਟ ਵੈਸੇ ਤਾਂ ਲਾਈਨ ਦੀ ਸੈਂਸ ਅਲੱਗ ਸੀ ਮੋਲਡ ਹੋ ਕੇ ਆਇਆ which type of variety is ਪਿਡਗਿਨ हाँ जी ਪਿਡਗਿਨ ਕਿਹੜੀ ਵੈਰਾਈਟੀ ਹੈ ਜੀ ਬਿਜ਼ਨਸ ਔਰ ਟ੍ਰੇਡ ਦੀ what is morphology ਕੀ ਹੁੰਦੀ ਹੈ ਜੀ 110 ਨੰਬਰ ਕੁਐਸਚਨ ਤੇ ਆ ਗਏ ਜੀ what is morphology structure of words study of structure of words ਨੂੰ morphology ਕਹਿੰਦੇ morphology ਦਾ ਡੀਪ ਡਿਟੇਲ ਦੇ ਵਿੱਚ ਵਧੀਆ ਵੈਲ ਐਕਸਪਲੇਨ ਕੀਤੇ ਹੋਇਆ ਵੀਡੀਓ ਅਪਲੋਡ ਹੈ preparation with RJ YouTube ਚੈਨਲ ਦੇ ਉੱਤੇ what is the imitation of natural sound of the word ਇਹ ਵੀ ਉਹੀ ਆ ਗਿਆ ਸੇਮ ਬਟ ਥੋੜੀ ਜੀ ਮੋਲਡ ਕਰਤੀ ਲਾਈਨ ਆਨਸਰ ਕੀ ਆਏਗਾ ਜੀ onomatopoeia हाँ जी ਆਪਾਂ 111 ਤੱਕ ਕੁਐਸਚਨ ਕਰ ਚੁੱਕੇ ਹਾਂ ਇਸ 111 ਤੋਂ ਕਰਨ ਤੋਂ ਅੱਗੇ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਤੋਂ ਬਾਅਦ ਲੈਕਚਰ ਦੇ ਪੇਪਰ ਲਈ ਇੰਗਲਿਸ਼ ਦੇ ਲੈਕਚਰ ਦੇ ਪੇਪਰ ਲਈ ਵੀ ਵੀਡੀਓ ਅਪਲੋਡ ਕੀਤੇ ਜਾਣਗੇ ਜੋ ਤੁਹਾਡੇ ਫਰੈਂਡਸ ਤਿਆਰੀ ਕਰ ਰਹੇ ਨੇ ਤਾਂ ਉਹਨਾਂ ਨੂੰ ਜ਼ਰੂਰ ਲਿੰਕ ਭੇਜੋ ਚੈਨਲ ਦਾ ਸ਼ੇਅਰ ਕਰੋ ਉਹਨਾਂ ਦੇ ਨਾਲ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਜਾਏ ਉਹਨਾਂ ਦੇ ਪੇਪਰ ਕ੍ਰੈਕ ਕਰਨ ਦੇ ਵਿੱਚ हाँ जी नेक्स्ट क्वेश्चन है विच वन इज़ फिलिप लार्किन्स सीडोनियम हाँ जी सीडोनियम की हुंदा जी पेन नेम फिलिप लार्किन का इस दे विच केड़ा पेन नेम हैगा जी हाँ जी इस दे विच हैगा जी ब्रूनेट कॉलमैन ये फिलिप लार्किन का पेन नेम नेक्स्ट क्वेश्चन वैन वाज विलियम वर्ड्सवर्थ बिकेम पोइट लॉरिएट हाँ जी पोइट लॉरिएट कदों बने सी 1843 ਦੇ ਵਿੱਚ 1883 ਚ ਬਣੇ ਸੀ 1843 ਦੇ ਵਿੱਚ ਬਣੇ ਸੀ 1850 ਤੱਕ हाँ जी साउंड इज इतने ना एक वर्ड स्किप हो चुके हैं साउंड एफ आना जी उरे साउंड एफ इज की है जी फ्रिकेटिव विच वर्क हैज द सबटाइटल एन एंटी रोमांटिक कॉमेडी केड़े वर्क दा सबटाइटल है एन एंटी रोमांटिक कॉमेडी आंसर है जी आर्म्स एंड मैन दा नेक्स्ट क्वेश्चन द साउंड एच इज फॉर्मड एट साउंड एच हाँ जी ये किहड़ी साउंड फॉर्म होंदी है जी ग्लोटल हू रिजेक्टेड द पोजीशन ऑफ पोइट लॉरिएट 1984 1984 ਦੇ ਵਿੱਚ पोइट लॉरिएट ਦਾ ਟਾਈਟਲ ਹੈ ਕਿਹਨਾਂ ਨੇ ਰਿਫਿਊਜ਼ ਕੀਤਾ ਫਿਲਿਪ ਲਾਰਕਿਨ ਦੁਆਰਾ ਕੀਤਾ ਗਿਆ when did Harold Pinter win the Nobel Prize Harold Pinter ਨੂੰ Nobel Prize ਕਦੋਂ ਮਿਲਿਆ 2005 ਦੇ ਵਿੱਚ which novel is Lawrence ਲਾਸਟ ਨੋਵਲ ਲਾਰੈਂਸ ਦਾ ਲਾਸਟ ਨੋਵਲ ਕਿਹੜਾ ਜੀ ਲੇਡੀ ਚੈਟਰਲੇਸ ਲਵਰ ਲਾਸਟ ਨੋਵਲ ਹੈ ਜੀ ਡਾਕਟਰ ਅਜੀਜ਼ ਇਜ਼ ਅ ਕੈਰੈਕਟਰ ਇਨ ਡਾਕਟਰ ਅਜੀਜ਼ ਕਿਸ ਦੇ ਵਿੱਚ ਕੈਰੈਕਟਰ ਹੈ ਜੀ ਅ ਪੈਸੇਜ ਟੂ ਇੰਡੀਆ ਦੇ ਵਿੱਚ ਨੈਕਸਟ ਕੁਐਸਚਨ ਹੂ ਵਾਜ਼ ਨੋਨ ਐਜ਼ ਦਾ ਪੋਇਟ ਕਿਸ ਨੂੰ ਕਿਹਾ ਜਾਂਦਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਆਨਸਰ ਹੈ ਜੀ ਐਡਮੰਡ ਸਪੈਂਸਰ ਨੂੰ how many vowels are long vowels in Hebrew language हाँ जी ਇਹ ਜਿਹੜਾ ਟੌਪਿਕ ਹੈ ਜੀ ਤੁਹਾਡੀ ਸਮੈਟਿਕ ਲੈਂਗੁਏਜ ਵਾਲਾ ਪੂਰੀ ਡਿਟੇਲ ਦੇ ਵਿੱਚ ਅਪਲੋਡ ਕੀਤਾ ਹੋਇਆ ਜ਼ਰੂਰ ਦੇਖਣਾ ਐਗਜ਼ਾਮ ਲਈ ਬੈਨੀਫੀਸ਼ੀਅਲ ਹੋਗਾ हाँ जी ਇਸ ਦਾ ਆਨਸਰ ਹੈਗਾ ਜੀ 7 ਟਾਈਪ ਦੇ ਹਿਬਰੂ ਦੇ ਵਿੱਚ ਲੌਂਗ ਵਾਵਲ ਨੇ ਹੋਮੋਫੋਨੀ ਇਜ਼ हाँ जी ਕੀ ਹੁੰਦਾ ਜੀ ਹੋਮੋਫੋਨੀ ਸੇਮਨੈਸ ਆਫ ਸਾਊਂਡ which countries information does ਮੌਰਿਸ ਕਾਸਲ ਲੀਕ ਇਨ ਦਾ ਹਿਊਮਨ ਫੈਕਟਰ ਦੇ ਵਿੱਚ ਮੌਰਿਸ ਕਾਸਲ ਦੁਆਰਾ ਕਿਹੜੀ ਇਨਫੋਰਮੇਸ਼ਨ ਹੈ ਜਿਹੜੀ ਲੀਕ ਕੀਤੀ ਜਾਂਦੀ ਹੈ ਕਿਹੜੀ ਕੰਟਰੀ ਦੀ ਇਨਫੋਰਮੇਸ਼ਨ ਲੀਕ ਕੀਤੀ ਜਾਂਦੀ ਹੈ ਆਨਸਰ ਹੈ ਜੀ ਸਾਊਥ ਅਫਰੀਕਾ ਹੂ ਟਰਾਂਸਲੇਟ ਪਲੇਟੋਜ਼ ਰਿਪਬਲਿਕ ਇਨਟੂ ਇੰਗਲਿਸ਼ ਪਲੇਟੋ ਦੀ ਰਿਪਬਲਿਕ ਨੂੰ ਇੰਗਲਿਸ਼ 'ਚ ਕਿਸ ਨੇ ਟਰਾਂਸਲੇਟ ਕੀਤਾ ਗਿਆ ਇਸ ਦਾ ਆਨਸਰ ਹੈ ਜੀ ਆਈ ਏ ਰਿਚਾਰਡਸ
द विटसन वेडिंग इज रिटन बाय, किस द्वारा लिखा गया? आंसर है जी फिलिप लार्किन द्वारा। द टर्म फ्रेज स्ट्रक्चर ग्रामर वॉज ओरिजिनली इंट्रोड्यूस्ड बाय, किस द्वारा इंट्रोड्यूस किया गया जी? ये नॉम चमस्की द्वारा। नेक्स्ट क्वेश्चन, टेकिंग ओवर द वर्ड्स फ्रॉम अदर लैंग्वेजेस इज कॉल्ड, हाँ जी दूसरी लैंग्वेज तो जो कुछ वर्ड लैने आप लाइक अरेबिक लैंग्वेज तो ले लिया, पीज़ा वर्ड हो गया, सोफा वर्ड हो गया, अदर वर्ड्स ने ਜਿਹੜੇ ਹੋਰ ਲੈਂਗੁਏਜ ਤੇ ਲਏ ਗਏ ਨੇ ਉਸ ਨੂੰ ਕੀ ਕਹਿੰਦੇ ਆਪਾਂ? ਬੋਰਿੰਗ। ਹਾਂਜੀ ਇਹ ਜਿਹੜਾ ਤੁਹਾਡਾ ਗਾ ਵਰਡ ਫਾਰਮੇਸ਼ਨ ਦਾ ਜੀ ਇਹ, ਤੇ ਇਹ ਜਿਹੜੀ ਵੀਡੀਓ ਅਗੇ ਅਪਲੋਡ ਕੀਤੀ ਗਈ ਹੈ ਪੂਰੀ ਡਿਟੇਲ ਦੇ ਵਿੱਚ ਜ਼ਰੂਰ ਦੇਖਣਾ। ਨੈਕਸਟ ਕੁਐਸਚਨ, ਟੂ ਵਿਚ ਕੰਟਰੀ ਡਿਡ ਫਰਡੀਨੈਂਡ ਡੀ ਸਸੌਰ ਬਿਲੋਂਗ? ਫਰਡੀਨੈਂਡ ਡੀ ਸਸੌਰ ਕਿਹੜੀ ਕੰਟਰੀ ਨਾਲ ਬਿਲੋਂਗ ਕਰਦੇ ਸੀ? ਸਵਿਟਜ਼ਰਲੈਂਡ ਨਾਲ। whose biography did Yvonne Bolen co-author with ਮਾਈਕਲ ਮੈਕਲੈਮਿਓਰ? ਹਾਂਜੀ ਇਹਨਾਂ ਨਾਲ ਕਿਹੜੀ ਬਾਇਓਗ੍ਰਾਫੀ ਸੀ ਜੋ ਇਹਨਾਂ ਨੇ ਕੋ-ਆਥਰ ਕੀਤੀ ਸੀ? ਕਿਸ ਦੀ ਬਾਇਓਗ੍ਰਾਫੀ ਸੀ? W.V. ਹੀਟਸ ਦੀ। when did ਟੈਡ ਹਿਊਜ਼ step down as the poet laureate? ਹਾਂਜੀ poet laureate ਨੂੰ step down ਕਦੋਂ ਕੀਤਾ ਸੀ ਉਹਨਾਂ ਨੇ? ਟੈਡ ਹਿਊਜ਼ ਨੇ। ਆਨਸਰ ਹੈ ਜੀ ਇਸ ਦਾ 1998 1998 ਦੇ ਵਿੱਚ। Next word, which one is a collection of short stories by Samuel Beckett? Samuel Beckett द्वारा इन्हां दे विचों केड़ी short story है? आंसर है जी more pricks than kicks। Next question, joining the beginning of one word, हाँ जी एक word दी beginning और next word दी ending ਨੂੰ ਜਦੋਂ join ਕਰ ਦਿਆਂਗੇ ਉਸ ਨੂੰ ਕੀ ਕਿਹਾ ਜਾਂਦਾ ਹੈ? blending। What is semiotics? ਕੀ ਹੁੰਦਾ ਜੀ? study of science। what is supposed to be conceit in metaphysical poetry ਦੇ ਵਿੱਚ? conceit ਕਿਸ ਚੀਜ਼ ਨੂੰ ਕਿਹਾ ਜਾਂਦਾ? ਹਾਂਜੀ conceit ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ totally different words ਨੂੰ ਆਪਾਂ forcefully ਉਸ ਨੂੰ ਯੋਕ ਕਰਦੇ ਹਾਂ, ਯੋਕ ਦਾ ਮਤਲਬ ਟੂਗੈਦਰ ਕਰਦੇ ਹਾਂ, ਕੰਬਾਈਨ ਕਰ ਦਿਆਂਗੇ ਤਾਂ ਉਸ ਨੂੰ ਕੀ ਕਿਹਾ ਜਾਂਦਾ? conceit ਕਿਹਾ ਜਾਂਦਾ। ਦੇਖੋ ਟੂ ਸਿਮਿਲਰ ਆਈਡੀਆਜ਼ ਨਹੀਂ ਹੋ ਸਕਦੇ ਕਿਉਂਕਿ ਇਹ 'ਚ ਸਿਮਿਲਰ ਆਈਡੀਆ ਨਹੀਂ ਹੁੰਦੇ, ਇਹ ਵੀ ਨਹੀਂ ਹੋ ਸਕਦਾ, ਬੀ ਤੇ ਡੀ ਨਹੀਂ ਹੋ ਸਕਦਾ। ਹੁਣ ਏ ਤੇ ਸੀ 'ਚ ਰਹਿ ਗਿਆ ਟੂ ਡਿਸਿਮਿਲਰ ਆਈਡੀਆਜ਼ ਸਟੇਟਡ ਟੂਗੈਦਰ, ਇਹ ਨਹੀਂ ਹੋ ਸਕਦਾ। ਇਹ ਹੈਗਾ ਜੀ ਦੋ ਹੈਟਰੋਜੀਨੀਅਸ ਆਈਡੀਆਜ਼ ਨੂੰ ਜਦੋਂ ਯੋਕ ਕੀਤਾ ਜਾਂਦਾ ਵਾਇਲੈਂਸਲੀ ਧੱਕੇ ਨਾਲ ਜਦੋਂ ਇਕੱਠਾ ਕੀਤਾ ਜਾਂਦਾ ਉਸ ਨੂੰ ਕਿਹਾ ਜਾਂਦਾ ਹੈ ਕੰਸੀਟ। ਪਿਪ ਇਜ਼ ਦਾ ਪ੍ਰੋਟੈਗਨਿਸਟ ਇਜ਼, ਹਾਂਜੀ ਪਿਪ ਕਿਸ ਵਰਕ ਦੇ ਵਿੱਚ ਪ੍ਰੋਟੈਗਨਿਸਟ ਹੈ ਜੀ? ਪਿਪ ਹੈਗਾ ਜੀ ਗ੍ਰੇਟ ਐਕਸਪੈਕਟੇਸ਼ਨ ਦੇ ਵਿੱਚ, Great Expectation। Next question, Christopher Marlowe's blank verse that became the staple medium for later Elizabethan and Jacobean dramatic writing is called as mighty line। हाँ जी simple words ਦੇ ਵਿੱਚ ਕਹਿ ਸਕਦੇ ਹਾਂ ਕਿ ਕ੍ਰਿਸਟੋਫਰ ਮਾਰਲੋ ਨੇ blank verse ਸੀ ਜੋ ਇਨਵੈਂਟ ਕੀਤੀ ਸੀ ਟਰਮ, ਉਸ ਨੂੰ ਬਾਅਦ ਦੇ ਵਿੱਚ blank verse ਹੈ ਜੋ ਐਲਿਜ਼ਾਬੈਥ ਏਸ ਤੇ ਜੈਕੋਬੀਅਨ ਡਰਾਮਾ ਦੇ ਵਿੱਚ ਯੂਜ਼ ਕੀਤਾ ਗਿਆ। ਇਸ ਨੂੰ ਬਲੈਂਕ ਵਰਸ ਨੂੰ ਮਾਈਟੀ ਲਾਈਨ ਕਿਸ ਦੁਆਰਾ ਕਿਹਾ ਗਿਆ? ਹਾਂਜੀ ਇਸ ਦਾ ਆਨਸਰ ਹੈ ਜੀ ਇਸ ਨੂੰ ਮਾਈਟੀ ਲਾਈਨ ਕਿਹਾ ਗਿਆ ਬੈਨ ਜੌਨਸਨ ਦੁਆਰਾ। ਹਾਂਜੀ ਸਿੰਪਲ ਵੀ ਲਿਖ ਸਕਦੇ ਸੀ ਕਿ ਕ੍ਰਿਸਟੋਫਰ ਮਾਰਲੋ ਦੇ ਬਲੈਂਕ ਵਰਸ ਨੂੰ ਹੂ ਕਾਲਡ ਕ੍ਰਿਸਟੋਫਰ ਮਾਰਲੋ ਬਲੈਂਕ ਵਰਸ ਐਜ਼ ਮਾਈਟੀ ਲਾਈਨ, ਠੀਕ ਹੈ ਉੱਥੇ ਤੁਸੀਂ ਬੈਨ ਜੌਨਸਨ ਕਰ ਸਕਦੇ ਸੀ ਬਟ ਇਹ ਮੋਲਡ ਕੀਤੀ ਹੋਈ ਹੈ ਕਨਫਿਊਜ਼ ਕਰਨ ਦੇ ਲਈ ਲਾਈਨ, ਤਾਂ ਪੇਪਰ ਦੇ ਵਿੱਚ ਕੁਐਸਚਨ ਐਵੇਂ ਵੀ ਮੋਲਡ ਹੋ ਸਕਦੇ ਨੇ। ਨੈਕਸਟ ਕੁਐਸਚਨ, ਔਨ ਵਿਚ ਪੋਇਟਸ ਐਪੀਟਾਫ ਆਰ ਦਾ ਵਰਡਸ ਇਨਗ੍ਰੇਵਡ? ਹਾਂਜੀ ਕਿਹੜੇ ਪੋਇਟ ਦੇ ਐਪੀਟਾਫ ਦੇ ਉੱਤੇ ਵਰਡਸ ਇਨਗ੍ਰੇਵ ਕੀਤੇ ਹੋਏ ਨੇਗੇ? ਹੇਅਰ ਲਾਈਜ਼ ਵਨ ਹੂਜ਼ ਨੇਮ ਵਾਸ ਰਾਈਟ ਇਨ ਵਾਟਰ। ਹਾਂਜੀ ਇਹ ਆਨਸਰ ਹੈ ਜੀ ਇਸਦਾ ਜੌਨ ਕੀਟਸ ਦੇ ਐਪੀਟਾਫ ਦੇ ਉੱਤੇ ਲਿਖਿਆ ਹੋਇਆ। ਚੇਂਜ ਦਾ ਫੋਲੋਇੰਗ ਐਕਟਿਵ ਇਨਟੂ ਪੈਸਿਵ ਵੌਇਸ। ਹਾਂਜੀ ਐਕਟਿਵ ਪੈਸਿਵ ਆ ਗਏ ਜੀ। ਇਸ ਦੇ ਵਿੱਚ ਸ਼ੀ ਹੈਜ਼ ਲਰਨਡ ਹਰ ਲੈਸਨਸ ਨੂੰ ਕਨਵਰਟ ਕਰੋ ਐਕਟਿਵ ਨੂੰ ਪੈਸਿਵ ਦੇ ਵਿੱਚ। ਹਾਂਜੀ ਇਸ ਦਾ ਆਨਸਰ ਕੀ ਆਏਗਾ? ਇਸ ਦਾ ਆਨਸਰ ਆਏਗਾ her lessons have been learned by her। 140 shedding crocodile tears means, ਹਾਂਜੀ ਇਹ ਇੱਕ ਈਡੀਅਮ ਹੈਗਾ। ਇਸ ਦਾ ਮਤਲਬ ਕੀ ਹੁੰਦਾ ਜੀ? ਇਸ ਦਾ ਮਤਲਬ ਹੁੰਦਾ ਹੈ ਇਨਸਿੰਸੀਅਰ ਡਿਸਪਲੇ ਆਫ ਇਮੋਸ਼ਨਸ। ਲਾਸਟ ਟਾਈਮ ਈਡੀਅਮਸ ਆਏ ਸੀ, ਐਕਟਿਵ ਪੈਸਿਵ ਆਏ ਸੀ, ਨਰੇਸ਼ਨ ਆਏ ਸੀ, ਇਸ ਲਈ ਮੈਂ ਐਡ ਕੀਤੇ ਨੇ। ਹਾਂਜੀ ਫਾਈਂਡ ਦਾ ਕਰੈਕਟ ਸਪੈਲਡ ਵਰਡ। ਹਾਂਜੀ ਕਰੈਕਟ ਸਪੈਲਿੰਗ ਦੇਖੋ ਜੀ ਕਿਹੜੇ ਵਰਡ ਦੇ ਕਰੈਕਟ ਨੇ ਜੀ? ਇਸ ਦਾ ਬੀ ਦੇ ਆਨਸਰ ਦੇ ਆਪਸ਼ਨ ਦੇ ਸਪੈਲਿੰਗ ਠੀਕ ਨੇ ਜੀ ਐਫੀਡੈਵਿਟ, AFFIDAVIT। ਨੈਕਸਟ ਕੁਐਸਚਨ, ਨਰੇਸ਼ਨ ਹੈ ਜੀ। ਸ਼ੀ ਸੈਡ ਟੂ ਮੀ
कॉमा इन्वर्टेड कॉमा स्टार्ट स्टार्ट। हाँ जी, इसका की आंसर आएगा, इसका आंसर आएगा शी आस्क्ड मी टू स्टार्ट। नैक्सट है जी सिनोनिम दसना जी तुसी पैरामाउंट का। पैरामाउंट का सिनोनिम क्या आएगा? इसका आंसर आएगा अबव अदर्स इन रैंक ऑफ अथॉरिटी। हाँ जी, एंटोनियम दसना है डिलीटेंट का। डिलीटेंट का एंटोनियम क्या आएगा जी? इसका एंटोनियम आएगा स्टूपिड। वी अराइव डैश एट स्टेशन एंड आर लेट। हाँ जी, इस प्रैपोजिशन फिल करनी होगी, इसका आंसर आएगा एट। वी अराइव्ड एट द स्टेशन एंड आर लेट। नेक्स्ट क्वेश्चन, जॉयस नॉवल अ पोर्ट्रेट ऑफ आर्टिस्ट एज अ यंग मैन इज सैट इन। हाँ जी, देखो जेम्स जॉयस का जो तुहानूं पता है भी मेनली ये कित्थों दे रीजनल राइटर से, कित्थों दे वर्क ज़्यादा लिखता सी, कित्थे दे वर्क ज़्यादा सैट सी, तो तुसीं ये आंसर कर सकते हो, चाहे पढ़िया चाहे नहीं पढ़िया। तो इसका आंसर आएगा जी डबलिन। नैक्सट है जी 147 क्वेश्चन, द सन शॉन ब्राइटली आएगा जी। हैवीली भी नहीं आएगा, सर्टेनली भी नहीं आएगा, लाइटली भी नहीं आएगा, ब्राइटली एडवर्ब होगी जी। अंडर विच टाइटल डज D.H. लॉरेंस वांट टू पब्लिश बोथ द रेनबो एंड द वीमेन इन लव। हाँ जी, D.H. लॉरेंस ने सोचा सी कि द लॉरेंस ते वीमेन इन लव नूं ओह टुगैदर एक कंबाइन करे फॉर्म दे विच ते उसका नाम रखे द सिस्टर्स। 3 सिस्टर भी आ सकता है इत्थे लिखा हुआ ऑप्शन, और द सिस्टर भी आ सकता है। वैसे द सिस्टर इसका ठीक है, अगर 3 सिस्टर आंदा इस जगह ते तां उत्थे 3 सिस्टर ठीक है। हाँ जी, नैक्सट है हु सेज द पोइम्स एग्जिस्टेंस इज समवेयर बिटवीन द राइटर एंड द रीडर। हाँ जी, ये लाइन किस द्वारा की गई? हाँ जी, इसका आंसर है जी T.S. एलियट द्वारा ये लाइन कही गई। 150 लास्ट क्वेश्चन, मिस्टर रोचेस्टर इज अ कैरेक्टर इन। मिस्टर रोचेस्टर किस वर्क दे विच कैरेक्टर है जी? टू द लाइट हाउस, वर्जीनिया वुल्फ द्वारा लिखा गया है। हाँ जी स्टूडेंट्स, फीडबैक जरूर देना जिन्हें मार्क्स आए नेगे तुहाडे। हाँ जी, एक क्वेश्चन पेंडिंग सीगा 91, देखते हैं। क्वेश्चन, हाँ जी, ये आगा विच वन इज नॉट इंक्लूडेड इन द 3 टर्म लैवल ऑफ वाउल साउंड्स। हाँ जी, इस ना ऑप्शन से प्रॉब्लम सी, इस ऑप्शन ने जो नोट कर लो तुम, आंसर की है एग्जैक्ट वो भी दस दी मैं तुम्हें। हाँ जी, इस ऑप्शन, हाँ जी ऑप्शन ए पोजीशन ऑफ द सॉफ्ट पैलेट, जो कि ऑप्शन है इस पोजीशन ऑफ द सॉफ्ट पैलेट, फर्स्ट ऑप्शन। सैकेंड ऑप्शन राइट कर लो पोजीशन ऑफ द लिप्स। थर्ड ऑप्शन नोट कर लो जी पार्ट ऑफ द टंग रेस्ड, और फोर्थ ऑप्शन पार्ट ऑफ द टंग यूज्ड। हाँ जी, इन्होंने 4 ऑप्शनस दे विचों जेड़ा आंसर नहीं हैगा वो हैगा जी, मैं राइट कर दिनी सारे, पार्ट ऑफ द टंग रेज्ड। एक ये ऑप्शन है, एक ए वाला ऑप्शन तो हैगी आ पोजीशन ऑफ द सॉफ्ट पैलेट वाली। थर्ड ऑप्शन हैगी आ जी पोजीशन ऑफ द लिप्स, पोजीशन ऑफ द लिप्स। हाँ जी, लास्ट वन ऑप्शन है फोर्थ ऑप्शन, पार्ट ऑफ द टंग यूज्ड। हाँ जी, इस आंसर जो है लास्ट वाला ही है, द पार्ट ऑफ द टंग यूज्ड। ये जो है 3 टर्म लैवल ऑफ वाउल साउंड दे विच नहीं है, बाकी 3 जो ऑप्शन दसिया ने वो हैगियां ने, तो नोट कर लो किहड़ियां ने। पोजीशन ऑफ द सॉफ्ट पैलेट है, पोजीशन ऑफ लिप्स भी हुंदा जी, पार्ट ऑफ द टंग रेज्ड भी हुंदा, बट पार्ट ऑफ द टंग यूज्ड नहीं हुंदा। हाँ जी, आई होप तुहानूं सारे का सारा मॉक टैसट है जो समझ आ गया होगा, वधिया मार्क्स आए होंगे। जिन्ने भी मार्क्स आए ने, घट ने, वध ने, किन्ने ने, जरूर कमेंट करना। थैंक यू फॉर वॉचिंग।